ਮੰਤਰੀ ਪ੍ਰੀਸ਼ਦ ਕਿਸੇ ਰਾਜ ਦੀ ਸ਼ਾਸਨ ਪ੍ਰਣਾਲੀ ਦਾ ਧੁਰਾ ਹੁੰਦਾ ਹੈ। ਰਾਜ ਦੀ ਹਰ ਤਰ੍ਹਾਂ ਦੀ ਪਾਲਿਸੀ ਮੰਤਰੀ ਪ੍ਰੀਸ਼ਦ ਦੁਆਰਾ ਘੜੀ ਜਾਂਦੀ ਹੈ ਕਿ ਰਾਜ ਨੂੰ ਅਸੀਂ ਕਿੱਧਰ ਨੂੰ ਲੈ ਕੇ ਜਾਣਾ ਹੈ, ਕਿਸੇ ਡਾਇਰੈਕਸ਼ਨ ਵੱਲ ਨੂੰ ਲੈ ਕੇ ਜਾਣਾ ਹੈ। ਮੰਤਰੀ ਪ੍ਰੀਸ਼ਦ ਦੇ ਕਿਹੜੇ-ਕਿਹੜੇ ਕੰਮ ਹਨ, ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਹਨ ਤੇ ਉਹਨਾਂ ਨੂੰ ਕਿਹੜੇ-ਕਿਹੜੇ ਹੈਡਿੰਗਸ ਦੇ ਅੰਡਰ ਅਸੀਂ ਸਟੱਡੀ ਕਰ ਸਕਦੇ ਹਾਂ। ਇਸ ਲੈਕਚਰ ਦੇ ਵਿੱਚ ਅਸੀਂ ਇਸ ਤੱਥ ਦਾ ਅਧਿਐਨ ਕਰਾਂਗੇ। ਮੰਤਰੀ ਪ੍ਰੀਸ਼ਦ ਦਾ ਪਹਿਲਾ ਕੰਮ ਹੈ ਪ੍ਰਸ਼ਾਸਕੀ ਕੰਮ। ਰਾਜ ਦੇ ਸਮੁੱਚੇ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਮੰਤਰੀ ਪ੍ਰੀਸ਼ਦ ਜ਼ਿੰਮੇਵਾਰ ਹੁੰਦੀ ਹੈ। ਹਰ ਮੰਤਰੀ ਹੈ ਜਿਹੜਾ ਉਹ ਕਿਸੇ ਨਾ ਕਿਸੇ ਮਹਿਕਮੇ ਦਾ ਇੰਚਾਰਜ ਹੁੰਦਾ ਹੈ ਤੇ ਹਰ ਮਹਿਕਮਾ ਜਿਹੜਾ ਉਹ ਕਿਸੇ ਨਾ ਕਿਸੇ ਮੰਤਰੀ ਦੇ ਇੰਚਾਰਜ ਦੇ ਅਧੀਨ ਹੁੰਦਾ ਹੈ ਤੇ ਜਿਹੜਾ ਵੀ ਮੰਤਰੀ ਕਿਸੇ ਮਹਿਕਮੇ ਦਾ ਇੰਚਾਰਜ ਹੈ ਉਸ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਜ਼ਿੰਮੇਵਾਰੀ ਹੈ ਉਸ ਮੰਤਰੀ ਦੀ ਹੁੰਦੀ ਹੈ। ਵਿਧਾਨ ਮੰਡਲ ਦੇ ਮੈਂਬਰ ਮਹਿਕਮੇ ਦੇ ਵਿੱਚ ਜੇ ਕੋਈ ਵੀ ਗਲਤੀ ਹੁੰਦੀ ਹੈ, ਕੋਈ ਕਰਪਸ਼ਨ ਹੁੰਦੀ ਹੈ, ਕੋਈ ਕੁਤਾਹੀ ਹੁੰਦੀ ਹੈ ਤਾਂ ਸੰਬੰਧਿਤ ਮੰਤਰੀ ਨੂੰ ਵਿਧਾਨ ਸਭਾ ਦੇ ਵਿੱਚ ਸਵਾਲ ਪੁੱਛਦੇ ਹਨ। ਮੰਤਰੀ ਮੰਡਲ ਦੇ ਉਸ ਮੈਂਬਰ ਨੂੰ ਜਵਾਬ ਦੇਣਾ ਪੈਂਦਾ ਹੈ ਕਿ ਜੇਕਰ ਡਿਪਾਰਟਮੈਂਟ ਦੇ ਵਿੱਚ ਕੁਤਾਹੀ ਹੋਈ ਹੈ ਤਾਂ ਕਿਸ ਪੱਧਰ ਤੇ ਹੋਈ ਹੈ, ਕਿਸ ਦੇ ਕਸੂਰ ਕਾਰਨ ਹੋਈ ਹੈ ਅਤੇ ਕੀ ਉਸ ਨੂੰ ਰੋਕਣ ਲਈ ਕੀਤਾ ਗਿਆ ਸੀ ਤੇ ਕੀ ਅੱਗੇ ਤੋਂ ਫਿਊਚਰ ਦੇ ਵਿੱਚ ਕੀਤਾ ਜਾਵੇਗਾ। ਇਸ ਤਰ੍ਹਾਂ ਸਮੁੱਚੇ ਪ੍ਰਸ਼ਾਸਨ ਦੇ ਸਹੀ ਸੰਚਾਲਨ ਲਈ, ਸੁਚਾਰੂ ਰੂਪ ਦੇ ਵਿੱਚ ਸੰਚਾਲਨ ਲਈ ਸਮੁੱਚਾ ਮੰਤਰੀ ਮੰਡਲ, ਸਮੁੱਚੀ ਮੰਤਰੀ ਪ੍ਰੀਸ਼ਦ ਜ਼ਿੰਮੇਵਾਰ ਹੁੰਦੀ ਹੈ। ਦੂਸਰੀ ਮੁੱਖ ਜ਼ਿੰਮੇਵਾਰੀ ਹੈ ਕਾਨੂੰਨ ਤੇ ਵਿਵਸਥਾ ਬਣਾ ਕੇ ਰੱਖਣਾ, ਕਿਉਂਕਿ ਲਾਅ ਐਂਡ ਆਰਡਰ ਹੈ ਜਿਹੜਾ ਉਹ ਸਟੇਟ ਸਬਜੈਕਟ ਹੈ 7th ਸ਼ਡਿਊਲ ਦੇ ਅੰਡਰ। ਕਾਨੂੰਨ ਤੇ ਵਿਵਸਥਾ ਬਣਾ ਕੇ ਰੱਖਣ ਲਈ ਮੰਤਰੀ ਪ੍ਰੀਸ਼ਦ ਕੋਲ ਰਾਜ ਦੀ ਪੁਲਿਸ ਫੋਰਸ ਹੁੰਦੀ ਹੈ। ਜੇਕਰ ਮੰਤਰੀ ਪ੍ਰੀਸ਼ਦ ਨੂੰ ਲੱਗੇ ਕਿ ਪੁਲਿਸ ਫੋਰਸ ਹੈ ਜਿਹੜੀ ਉਹ ਹਾਲਾਤ ਤੇ ਕਾਬੂ ਨਹੀਂ ਪਾ ਸਕਦੀ, ਲਾਅ ਐਂਡ ਆਰਡਰ ਮੇਨਟੇਨ ਨਹੀਂ ਰੱਖ ਸਕਦੀ, ਤਾਂ ਮੰਤਰੀ ਪ੍ਰੀਸ਼ਦ ਕੇਂਦਰ ਸਰਕਾਰ ਨੂੰ ਬੇਨਤੀ ਕਰ ਸਕਦੀ ਹੈ। ਕੇਂਦਰ ਸਰਕਾਰ ਤੋਂ ਜਿਹੜੇ ਕੇਂਦਰੀ ਸੁਰੱਖਿਆ ਬਲ ਨੇ ਉਹਨਾਂ ਦੀ ਮੰਗ ਕਰ ਸਕਦੀ ਹੈ। ਪਰੰਤੂ ਜੇਕਰ ਕੋਈ ਮੰਤਰੀ ਪ੍ਰੀਸ਼ਦ ਕਾਨੂੰਨ ਤੇ ਵਿਵਸਥਾ ਕਾਬੂ ਦੇ ਵਿੱਚ ਨਾ ਰੱਖ ਸਕੇ, ਫੇਲ ਹੋ ਜੇ ਇਸ ਦੇ ਵਿੱਚ, ਤਾਂ ਇਹ ਕਿਸੇ ਮੰਤਰੀ ਪ੍ਰੀਸ਼ਦ ਦਾ ਸਭ ਤੋਂ ਵੱਡਾ ਫੇਲਰ ਮੰਨਿਆ ਜਾਂਦਾ ਹੈ ਅਤੇ ਰਾਸ਼ਟਰਪਤੀ ਕੋਲ ਫਿਰ ਇਹ ਪਾਵਰ ਹੈ ਕਿ ਇਸ ਤਰ੍ਹਾਂ ਦੀ ਮੰਤਰੀ ਪ੍ਰੀਸ਼ਦ ਨੂੰ ਭੰਗ ਕਰਕੇ ਉੱਥੇ ਉਹ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦਾ ਹੈ। ਮੰਤਰੀ ਮੰਡਲ ਦਾ ਦੂਸਰਾ ਕਾਰਜ ਹੈ ਨੀਤੀ ਨਿਰਮਾਣ। ਮੰਤਰੀ ਮੰਡਲ ਸਮੁੱਚੇ ਰਾਜ ਲਈ, ਸਾਰੇ ਮਹਿਕਮਿਆਂ ਲਈ ਨੀਤੀਆਂ ਦਾ ਨਿਰਮਾਣ ਕਰਦਾ ਹੈ। ਨੀਤੀ ਨਿਰਮਾਣ ਦਾ ਭਾਵ ਹੈ ਕਿ ਰਾਜ ਦੇ ਜਿਹੜੇ ਸੰਸਾਧਨ ਹਨ, ਰਿਸੋਰਸਿਸ ਹਨ, ਉਹਨਾਂ ਨੂੰ ਕਿਸ ਉਦੇਸ਼ ਦੀ ਪ੍ਰਾਪਤੀ ਲਈ ਵਰਤਿਆ ਜਾਣਾ ਹੈ, ਕਿਹੜੇ ਸੈਕਟਰਾਂ ਨੂੰ ਪਹਿਲ ਦਿੱਤੀ ਜਾਣੀ ਹੈ, ਕਿਹੜੇ ਸੈਕਟਰਾਂ ਨੂੰ ਸੈਕੰਡਰੀ ਸੈਕਟਰ ਸਮਝਿਆ ਜਾਣਾ ਹੈ, ਆਰਥਿਕਤਾ ਦੇ ਕਿਹੜੇ ਖੇਤਰ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਐਗਰੀਕਲਚਰ ਨੂੰ ਪ੍ਰਮੋਟ ਕੀਤਾ ਜਾਵੇਗਾ ਜਾਂ ਕਾਟੇਜ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇਗਾ ਜਾਂ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇਗਾ। ਇਹ ਰਾਜ ਦੀ ਮੰਤਰੀ ਪ੍ਰੀਸ਼ਦ ਤੈਅ ਕਰਦੀ ਹੈ। ਚੌਥਾ ਕੰਮ ਹੈ ਮੰਤਰੀ ਪ੍ਰੀਸ਼ਦ ਦਾ ਵਿਧਾਨਕੀ ਕੰਮ। ਮੰਤਰੀ ਮੰਡਲ ਵਿਧਾਨਕੀ ਕੰਮਾਂ ਦੇ ਵਿੱਚ ਵੀ ਭਾਗ ਲੈਂਦਾ ਹੈ, ਕਿਉਂਕਿ ਸੰਸਦੀ ਸ਼ਾਸਨ ਪ੍ਰਣਾਲੀ ਹੈ, ਇਸ ਲਈ ਹਰ ਮੰਤਰੀ ਰਾਜ ਦੇ ਵਿਧਾਨ ਮੰਡਲ ਦਾ 20 ਮੈਂਬਰ ਹੁੰਦਾ ਹੈ। ਵਿਧਾਨ ਸਾਜੀ ਤੇ ਮੰਤਰੀ ਪ੍ਰੀਸ਼ਦ ਦਾ ਇੰਨਾ ਕੰਟਰੋਲ ਹੁੰਦਾ ਹੈ ਕਿ ਮੰਤਰੀ ਦੁਆਰਾ ਕਿਸੇ ਦੁਆਰਾ ਪੇਸ਼ ਕੀਤਾ ਬਿੱਲ ਹੈ ਜਿਹੜਾ ਉਹ ਰੱਦ ਨਹੀਂ ਹੋ ਸਕਦਾ ਅਤੇ ਮੰਤਰੀ ਪ੍ਰੀਸ਼ਦ ਜਿਸ ਬਿੱਲ ਨੂੰ ਨਾ ਚਾਹੇ ਉਹ ਬਿੱਲ ਪਾਸ ਨਹੀਂ ਹੋ ਸਕਦਾ। ਇਹ ਤਾਂ ਹੈ ਬਿੱਲ ਨੂੰ ਪਾਸ ਕਰਨ ਜਾਂ ਨਾ ਪਾਸ ਕਰਨ ਸੰਬੰਧੀ ਮੰਤਰੀ ਪ੍ਰੀਸ਼ਦ ਦੀਆਂ ਸ਼ਕਤੀਆਂ। ਇਸ ਤੋਂ ਬਿਨਾਂ ਵਿਧਾਨ ਮੰਡਲ ਦੀ ਵਰਕਿੰਗ ਨਾਲ ਸੰਬੰਧਿਤ ਕੁਝ ਸ਼ਕਤੀਆਂ ਨੇ ਮੰਤਰੀ ਪ੍ਰੀਸ਼ਦ ਦੇ ਹੱਥ ਦੇ ਵਿੱਚ, ਜਿਵੇਂ ਵਿਧਾਨ ਮੰਡਲ ਦਾ ਸਮਾਗਮ ਰਾਜਪਾਲ ਬੁਲਾਉਂਦਾ ਹੈ, ਪਰੰਤੂ ਜਦੋਂ ਮੰਤਰੀ ਪ੍ਰੀਸ਼ਦ ਉਸ ਨੂੰ ਬੇਨਤੀ ਕਰਦਾ ਹੈ ਉਦੋਂ ਹੀ ਉਹ ਸਮਾਗਮ ਬੁਲਾਉਂਦਾ ਹੈ। ਰਾਜਪਾਲ ਦੁਆਰਾ ਵਿਧਾਨ ਮੰਡਲ 'ਚ ਜਿਹੜਾ ਦਿੱਤਾ ਜਾਣ ਵਾਲਾ ਭਾਸ਼ਣ ਹੁੰਦਾ ਹੈ, ਜਿਹੜਾ ਹਰ ਸਾਲ ਦੇ ਪਹਿਲੇ ਸਮਾਗਮ ਦੇ ਵਿੱਚ ਅਤੇ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਬਾਅਦ ਪਹਿਲੇ ਸਮਾਗਮ ਦੇ ਵਿੱਚ ਭਾਸ਼ਣ ਦਿੱਤਾ ਜਾਂਦਾ ਹੈ, ਉਹ ਰਾਜਪਾਲ ਦਾ ਆਪਣਾ ਭਾਸ਼ਣ ਨਹੀਂ ਹੁੰਦਾ। ਉਹ ਇੱਕ ਸ਼ਬਦ ਵੀ ਰਾਜਪਾਲ ਦਾ ਆਪਣਾ ਨਹੀਂ ਹੁੰਦਾ। ਸਮੁੱਚਾ ਭਾਸ਼ਣ ਹੈ ਜਿਹੜਾ ਮੰਤਰੀ ਪ੍ਰੀਸ਼ਦ ਦੁਆਰਾ ਤਿਆਰ ਕੀਤਾ ਗਿਆ ਹੁੰਦਾ ਹੈ। ਰਾਜਪਾਲ ਅਧਿਆਦੇਸ਼ ਆਰਡੀਨੈਂਸ ਜਾਰੀ ਕਰ ਸਕਦਾ ਹੈ, ਪਰੰਤੂ ਆਪਣੇ ਆਪ ਨਹੀਂ। ਜਦੋਂ ਮੰਤਰੀ ਪ੍ਰੀਸ਼ਦ ਉਸ ਨੂੰ ਬੇਨਤੀ ਕਰੇ ਆਰਡੀਨੈਂਸ ਜਾਰੀ ਕਰਨ ਦੀ, ਉਦੋਂ ਹੀ ਰਾਜਪਾਲ ਕੋਈ ਆਰਡੀਨੈਂਸ ਜਾਰੀ ਕਰ ਸਕਦਾ ਹੈ। ਮੰਤਰੀ ਮੰਡਲ ਸੌਂਪੀ ਕਾਨੂੰਨ ਸਾਜੀ ਦੇ ਤਹਿਤ, ਡੈਲੀਗੇਟਡ ਲੈਜਿਸਲੇਸ਼ਨ ਦੇ ਤਹਿਤ ਵਿਧਾਨ ਸਾਜੀ ਦੇ ਵਿੱਚ ਭੂਮਿਕਾ ਨਿਭਾਉਂਦਾ ਹੈ। ਸੌਂਪੀ ਕਾਨੂੰਨ ਸਾਜੀ ਹੁੰਦੀ ਹੈ ਕਿ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਦੁਆਰਾ, ਪਰੰਤੂ ਕਾਨੂੰਨ ਨੂੰ ਪੂਰੀ ਡਿਟੇਲ ਦੇ ਵਿੱਚ ਪਾਸ ਨਹੀਂ ਕੀਤਾ ਗਿਆ। ਡਿਟੇਲ ਬਣਾਉਣ ਲਈ ਰੂਲ ਰੈਗੂਲੇਸ਼ਨ ਬਣਾਉਣ ਦਾ ਕੰਮ ਹੈ ਜਿਹੜਾ ਸੰਬੰਧਿਤ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਹਰੇਕ ਡਿਪਾਰਟਮੈਂਟ ਫਿਰ ਕਿਸੇ ਮਿਨਿਸਟਰ ਦੇ ਅੰਡਰ ਕੰਮ ਕਰਦਾ ਹੈ। ਇਸ ਤਰ੍ਹਾਂ ਜਿਹੜੀ ਰੂਲ ਰੈਗੂਲੇਸ਼ਨਸ ਹਨ ਉਹ ਡੈਲੀਗੇਟਡ ਲੈਜਿਸਲੇਸ਼ਨ ਦਾ ਪਾਰਟ ਹਨ, ਸੌਂਪੀ ਕਾਨੂੰਨ ਸਾਜੀ ਦਾ ਪਾਰਟ ਹਨ, ਜਿਹੜੇ ਪੂਰੀ ਤਰ੍ਹਾਂ ਨਾਲ ਮਿਨਿਸਟਰਾਂ ਦੇ ਅਧੀਨ ਹਨ। ਪੰਜਵੀਂ ਜ਼ਿੰਮੇਵਾਰੀ ਹੈ ਵਿੱਤੀ ਖੇਤਰ ਦੇ ਵਿੱਚ। ਰਾਜ ਦੇ ਧਨ ਤੇ ਪੂਰੀ ਤਰ੍ਹਾਂ ਨਾਲ ਮੰਤਰੀ ਪ੍ਰੀਸ਼ਦ ਦਾ ਕੰਟਰੋਲ ਹੁੰਦਾ ਹੈ, ਕਿਉਂਕਿ ਧਨ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਜੇ ਵਿਧਾਨ ਪ੍ਰੀਸ਼ਦ ਹੋਵੇ ਵੀ ਤਾਂ ਵੀ ਉੱਥੇ ਪੇਸ਼ ਨਹੀਂ ਹੋ ਸਕਦਾ ਤੇ ਵਿਧਾਨ ਸਭਾ ਦੇ ਵਿੱਚ ਵੀ ਹਰ ਐਮਐਲਏ ਪੇਸ਼ ਨਹੀਂ ਕਰ ਸਕਦਾ। ਕੇਵਲ ਮੰਤਰੀ ਹੀ ਕਿਸੇ ਧਨ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਆਰੰਭ ਕਰ ਸਕਦਾ ਹੈ, ਪੇਸ਼ ਕਰ ਸਕਦਾ ਹੈ।
ਫਿਰ ਆਰਥਿਕਤਾ ਦੇ ਕਿਹੜੇ ਖੇਤਰ ਦੇ ਵਿੱਚ ਜ਼ਿਆਦਾ ਟੈਕਸ ਲਗਾਏ ਜਾਣੇ ਨੇ, ਕਿਹੜੇ ਖੇਤਰ ਨੂੰ ਸਬਸਿਡੀ ਦਿੱਤੀ ਜਾਣੀ ਹੈ, ਕਿਹੜੇ ਖੇਤਰ ਨੂੰ ਪ੍ਰੈਫਰੈਂਸ ਦਿੱਤੀ ਜਾਣੀ ਹੈ, ਕਿਹੜੇ ਖੇਤਰ ਨੂੰ ਇਗਨੋਰ ਕੀਤਾ ਜਾਣਾ, ਇਹ ਸਾਰਾ ਕੁਝ ਬਜਟ ਦੇ ਵਿੱਚ ਤੈਅ ਕੀਤਾ ਜਾਂਦਾ ਹੈ। ਅਤੇ ਬਜਟ ਹੈ ਜਿਹੜਾ ਪੂਰੇ ਮੰਤਰੀ ਪਰਿਸ਼ਦ ਦੁਆਰਾ ਖਜ਼ਾਨਾ ਮੰਤਰੀ ਦੀ ਅਗਵਾਈ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਮੰਤਰੀ ਪਰਿਸ਼ਦ ਬਾਰੇ ਭਾਵੇਂ ਕਿਹਾ ਜਾਂਦਾ ਹੈ ਕਿ ਇਹ ਵਿਧਾਨ ਸਭਾ ਤੋਂ ਪ੍ਰਵਾਨਗੀ ਲੈ ਬਿਨਾਂ ਖਰਚਾ ਨਹੀਂ ਕਰ ਸਕਦਾ, ਪਰੰਤੂ ਵਿਧਾਨ ਸਭਾ ਦੇ ਵਿੱਚ ਵੀ ਉਸੇ ਪਾਰਟੀ ਦੀ ਮੈਜੋਰਿਟੀ ਹੁੰਦੀ ਹੈ ਜਿਸ ਪਾਰਟੀ ਦੇ ਵਿੱਚੋਂ ਮੰਤਰੀ ਪਰਿਸ਼ਦ ਬਣੀ ਹੁੰਦੀ ਹੈ। ਇਸ ਲਈ ਮੰਤਰੀ ਪਰਿਸ਼ਦ ਨੂੰ ਕੋਈ ਦਿੱਕਤ ਨਹੀਂ ਆਉਂਦੀ ਵਿਧਾਨ ਸਭਾ ਤੋਂ ਖਰਚਿਆਂ ਦੀ ਪ੍ਰਵਾਨਗੀ ਲੈਣ ਦੇ ਵਿੱਚ। ਅਤੇ ਮੰਤਰੀ ਪਰਿਸ਼ਦ ਕੋਲ ਫਿਰ ਇੱਕ ਹੋਰ ਪਾਵਰ ਹੁੰਦੀ ਹੈ, ਉਹ ਹੈ ਅਚਨਚੇਤੀ ਫੰਡ ਨੂੰ ਵਰਤਣਾ। ਰਾਜ ਦਾ ਇੱਕ ਅਚਨਚੇਤੀ ਕੰਟੀਨਜੈਂਸੀ ਫੰਡ ਹੁੰਦਾ ਹੈ। ਜੇ ਮੰਤਰੀ ਪਰਿਸ਼ਦ ਨੂੰ ਲੱਗੇ ਕਿ ਕੋਈ ਅਚਾਨਕ ਰਾਜ ਤੇ ਵਿਪਤਾ ਆ ਪਈ ਹੈ ਤਾਂ ਉਸ ਦਾ ਸਾਹਮਣਾ ਕਰਨ ਲਈ ਅਚਨਚੇਤੀ ਫੰਡ ਚੋਂ, ਕੰਟੀਨਜੈਂਸੀ ਫੰਡ ਚੋਂ ਮੰਤਰੀ ਪਰਿਸ਼ਦ ਖਰਚਾ ਬਿਨਾਂ ਪ੍ਰਵਾਨਗੀ ਤੋਂ ਵੀ ਕਰ ਸਕਦਾ ਹੈ। ਇਸ ਦੀ ਪ੍ਰਵਾਨਗੀ ਬਾਅਦ ਦੇ ਵਿੱਚ ਲਈ ਜਾਂਦੀ ਹੈ, ਪਰੰਤੂ ਬਾਅਦ ਦੇ ਵਿੱਚ ਵਿਧਾਨ ਸਭਾ ਕੋਲ ਪ੍ਰਵਾਨਗੀ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। 6ਵੀਂ ਸ਼ਕਤੀ ਹੈ ਮੰਤਰੀ ਪਰਿਸ਼ਦ ਦੀ ਉੱਚੇ ਪੱਧਰ ਦੀਆਂ ਅਪਾਇੰਟਮੈਂਟਸ। ਸਾਰੀਆਂ ਉੱਚ ਪੱਧਰ ਦੀਆਂ ਅਪਾਇੰਟਮੈਂਟਸ ਨੇ ਜਿਹੜੀਆਂ ਰਾਜ ਦੇ ਵਿੱਚ, ਉਹ ਅਸੀਂ ਕਹਿੰਦੇ ਹਾਂ ਕਿ ਗਵਰਨਰ ਦੁਆਰਾ ਕੀਤੀਆਂ ਜਾਂਦੀਆਂ ਹਨ, ਪਰੰਤੂ ਅਸਲ ਦੇ ਵਿੱਚ ਅਪਾਇੰਟਮੈਂਟਸ ਗਵਰਨਰ ਆਪ ਨਹੀਂ ਕਰਦਾ। ਗਵਰਨਰ ਨੇ ਸਿਰਫ ਅਪਾਇੰਟ ਕਰਨ ਦੀ ਫਾਰਮੈਲਿਟੀ ਕਰਨੀ ਹੁੰਦੀ ਹੈ। ਨਾਵਾਂ ਦੀ ਜਿਹੜੀ ਸੂਚੀ ਹੈ ਕਿ ਕਿਹੜੇ ਵਿਅਕਤੀ ਨੂੰ ਕਿੱਥੇ ਅਪਾਇੰਟ ਕਰਨਾ ਹੈ, ਕਿਸ ਅਹੁਦੇ ਤੇ ਅਪਾਇੰਟ ਕਰਨਾ ਹੈ, ਉਹ ਮੰਤਰੀ ਪਰਿਸ਼ਦ ਤੈਅ ਕਰਦੀ ਹੈ। ਇਹਨਾਂ ਦੇ ਵਿੱਚ ਜਿਹੜੀਆਂ ਬਹੁਤੇ ਇੰਪੋਰਟੈਂਟ ਸਥਾਨ ਹਨ ਜਿੱਥੇ ਅਪਾਇੰਟਮੈਂਟਸ ਹੁੰਦੀਆਂ ਹਨ, ਰਾਜ ਦੇ ਚੋਣ ਕਮਿਸ਼ਨ ਦੇ ਮੈਂਬਰ, ਰਾਜ ਲੋਕ ਸੇਵਾ ਆਯੋਗ ਦੇ ਮੈਂਬਰ, ਐਡਵੋਕੇਟ ਜਨਰਲ ਰਾਜ ਦਾ, ਕਈ ਬੋਰਡ ਕਾਰਪੋਰੇਸ਼ਨ ਦੇ ਹੁੰਦੇ ਨੇ ਹਰ ਰਾਜ ਦੇ ਵਿੱਚ, ਉਹਨਾਂ ਦੇ ਮੈਂਬਰ, ਉਹਨਾਂ ਦੇ ਚੇਅਰਪਰਸਨ, ਉਹਨਾਂ ਦੀਆਂ ਅਪਾਇੰਟਮੈਂਟਸ ਵੀ ਰਾਜਪਾਲ ਕਰਦਾ ਹੈ, ਬਟ ਔਨ ਦੀ ਰਿਕਮੈਂਡੇਸ਼ਨ ਆਫ ਕਾਉਂਸਲ ਆਫ ਮਿਨਿਸਟਰਸ। ਰਾਜ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ ਹਨ, ਪਬਲਿਕ ਯੂਨੀਵਰਸਿਟੀਜ਼, ਉਹਨਾਂ ਦੇ ਉਪ ਕੁਲਪਤੀਆਂ ਦੀਆਂ ਅਪਾਇੰਟਮੈਂਟਸ ਵੀ ਰਾਜਪਾਲ ਕਰਦਾ ਹੈ, ਪਰੰਤੂ ਉਹ ਵੀ ਮੰਤਰੀ ਪਰਿਸ਼ਦ ਦੀ ਸਿਫਾਰਿਸ਼ ਤੇ ਕਰਦਾ ਹੈ। ਇਸ ਤਰ੍ਹਾਂ ਜਿਹੜੀਆਂ ਸਾਰੀਆਂ ਹਾਇਰ ਲੈਵਲ ਦੀਆਂ ਅਪਾਇੰਟਮੈਂਟਸ ਨੇ ਉਹ ਮੰਤਰੀ ਪਰਿਸ਼ਦ ਦੀ ਸਿਫਾਰਿਸ਼ ਤੇ ਕੀਤੀਆਂ ਜਾਂਦੀਆਂ ਹਨ। ਮੰਤਰੀ ਪਰਿਸ਼ਦ ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਤਾਲਮੇਲ ਪੈਦਾ ਕਰਨ ਦਾ ਕੰਮ ਕਰਦਾ ਹੈ ਤਾਂ ਕਿ ਸਮੁੱਚਾ ਪ੍ਰਸ਼ਾਸਨ ਹੈ ਜਿਹੜਾ ਉਹ ਉਸ ਦਾ ਸੰਚਾਲਨ ਸੁਚਾਰੂ ਰੂਪ ਦੇ ਵਿੱਚ ਹੋਵੇ, ਕੰਮਾਂ ਦੇ ਵਿੱਚ ਡੁਪਲੀਕੇਸ਼ਨ ਨਾ ਹੋਵੇ। ਇਹ ਨਾ ਹੋਵੇ ਕਿ ਇੱਕ ਡਿਪਾਰਟਮੈਂਟ ਲੈਫਟ ਵਾਲੇ ਪਾਸੇ ਨੂੰ ਜਾ ਰਿਹਾ ਹੈ, ਦੂਸਰਾ ਡਿਪਾਰਟਮੈਂਟ ਰਾਈਟ ਵਾਲੇ ਪਾਸੇ ਨੂੰ ਜਾ ਰਿਹਾ ਹੈ। ਸਮੁੱਚਾ ਜਿਹੜਾ ਮੰਤਰੀ ਪਰਿਸ਼ਦ ਹੈ ਉਹ ਆਪਣੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਕੋਆਰਡੀਨੇਸ਼ਨ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ। ਇਹਨਾਂ ਸਾਰੀਆਂ ਵਿਵਸਥਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਮੰਤਰੀ ਦੀ ਜਿਹੜੀ ਸਥਿਤੀ ਹੈ ਉਹ ਸੰਵਿਧਾਨਕ ਤੌਰ ਤੇ ਤਾਂ ਸਿਰਫ ਇੱਕ ਸਲਾਹਕਾਰੀ ਸੰਸਥਾ ਵਾਲੀ ਹੈ। ਸੰਵਿਧਾਨ ਦੇ ਆਰਟੀਕਲ 163 ਦੇ ਵਿੱਚ ਲਿਖਿਆ ਹੈ ਕਿ ਰਾਜਪਾਲ ਦੀ ਸਹਾਇਤਾ ਅਤੇ ਸਲਾਹ ਦੇ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਜਿਸ ਦਾ ਮੁੱਖ ਮੰਤਰੀ ਹੋਵੇਗਾ। ਪਰੰਤੂ ਸੰਸਦੀ ਸ਼ਾਸਨ ਪ੍ਰਣਾਲੀ ਹੋਣ ਕਰਕੇ ਰਾਜਪਾਲ ਮੰਤਰੀ ਪਰਿਸ਼ਦ ਦੀ ਸਲਾਹ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ। ਇਸ ਲਈ ਮੰਤਰੀ ਪਰਿਸ਼ਦ ਦੀ ਸਲਾਹ ਇੱਕ ਤਰ੍ਹਾਂ ਨਾਲ ਫੈਸਲਾ ਹੀ ਹੁੰਦੀ ਹੈ। ਵਿਧਾਨ ਸਾਜੀ ਤੇ ਮੰਤਰੀ ਪਰਿਸ਼ਦ ਦਾ ਪੂਰਾ ਕੰਟਰੋਲ ਹੈ। ਮੰਤਰੀ ਪਰਿਸ਼ਦ ਦੀ ਸਹਿਮਤੀ ਤੋਂ ਬਿਨਾਂ ਕੋਈ ਬਿੱਲ ਰਾਜ ਦਾ ਕਾਨੂੰਨ ਨਹੀਂ ਬਣ ਸਕਦਾ। ਰਾਜ ਦੀ ਆਰਥਿਕਤਾ ਦੀ ਵਾਗਡੋਰ ਪੂਰੀ ਤਰ੍ਹਾਂ ਮੰਤਰੀ ਪਰਿਸ਼ਦ ਦੇ ਹੱਥ ਵਿੱਚ ਹੈ। ਕਿਸ ਪਾਸੇ ਪੈਸਾ ਖਰਚਣਾ ਹੈ, ਕਿਸ ਪਾਸੇ ਬਚਤ ਕਰਨੀ ਹੈ, ਕਿੱਥੇ ਟੈਕਸ ਲਾਉਣਾ ਹੈ, ਕਿੱਥੇ ਨਹੀਂ ਲਾਉਣਾ ਹੈ, ਪੂਰੀ ਤਰ੍ਹਾਂ ਨਾਲ ਮੰਤਰੀ ਪਰਿਸ਼ਦ ਦੇ ਹੱਥ 'ਚ ਹੈ। ਸਾਰੀਆਂ ਜਿਹੜੀਆਂ ਇੰਪੋਰਟੈਂਟ ਅਪਾਇੰਟਮੈਂਟਸ ਨੇ ਰਾਜ ਦੀਆਂ ਹਾਇਰ ਲੈਵਲ ਦੀਆਂ, ਉਹ ਸਾਰੀਆਂ ਮੰਤਰੀ ਪਰਿਸ਼ਦ ਦੇ ਹੱਥ 'ਚ ਹੁੰਦੀਆਂ ਨੇ। ਜੇਕਰ ਇੱਕੋ ਪਾਰਟੀ ਦੀ ਸਰਕਾਰ ਬਣਾਈ ਹੋਈ ਹੈ ਤਾਂ ਮੰਤਰੀ ਪਰਿਸ਼ਦ ਦੀ ਸਥਿਤੀ ਬਹੁਤ ਮਜ਼ਬੂਤ ਹੋ ਜਾਂਦੀ ਹੈ। ਪਰ ਜੇ ਕਈ ਪਾਰਟੀਆਂ ਨੇ ਸਰਕਾਰ ਬਣਾਈ ਹੈ, ਗਠਬੰਧਨ ਦੀ ਸਰਕਾਰ ਹੈ, ਤਾਂ ਮੰਤਰੀ ਪਰਿਸ਼ਦ ਦੀ ਸਥਿਤੀ ਉਨੀ ਮਜ਼ਬੂਤ ਨਹੀਂ ਹੁੰਦੀ। ਇੱਕ ਤਾਂ ਉਹਨਾਂ ਵਿੱਚ ਜ਼ਿਆਦਾ ਏਕਤਾ ਨਹੀਂ ਹੁੰਦੀ, ਆਪੋ ਆਪਣੀ ਪਾਰਟੀ ਦੇ ਨਾਲ ਉਹਨਾਂ ਦੀਆਂ ਐਫੀਲੀਏਸ਼ਨਸ ਜ਼ਿਆਦਾ ਹੁੰਦੀਆਂ ਹਨ, ਟੀਮ ਵਰਕ ਦੇ ਤੌਰ ਤੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ ਤੇ ਕਈ ਵਾਰੀ ਕੋਈ ਪਾਰਟੀ ਗੱਠਜੋੜ ਚੋਂ ਬਾਹਰ ਚਲੀ ਜਾਂਦੀ ਹੈ, ਸਰਕਾਰ ਟੁੱਟ ਜਾਂਦੀ ਹੈ। ਇਸ ਤਰ੍ਹਾਂ ਸਰਕਾਰ ਨੂੰ ਪ੍ਰੈਸ਼ਰ ਦੇ ਅਧੀਨ ਮੰਤਰੀ ਪਰਿਸ਼ਦ ਨੂੰ ਕੰਮ ਕਰਨਾ ਪੈਂਦਾ ਹੈ। ਜੇਕਰ ਇੱਕੋ ਪਾਰਟੀ ਦੀ ਸਰਕਾਰ ਹੈ, ਸਿੰਗਲ ਪਾਰਟੀ ਗਵਰਨਮੈਂਟ ਹੈ, ਤਾਂ ਮੰਤਰੀ ਪਰਿਸ਼ਦ ਦੀ ਸਥਿਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਰਾਜ ਦੇ ਜਿਹੜੇ ਸਾਰੇ ਡਿਸੀਜਨ ਮੇਕਿੰਗ ਫੰਕਸ਼ਨਸ ਹਨ, ਕਿਸੇ ਵੀ ਫੀਲਡ ਦੇ ਵਿੱਚ ਹੋਣ, ਆਰਥਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ, ਲੈਜਿਸਲੇਸ਼ਨ ਦੇ ਵਿੱਚ, ਉਹ ਪੂਰੀ ਤਰ੍ਹਾਂ ਨਾਲ ਮੰਤਰੀ ਪਰਿਸ਼ਦ ਦੇ ਹੱਥ ਵਿੱਚ ਹੁੰਦੇ ਹਨ। ਇਸੇ ਮੰਤਰੀ ਪਰਿਸ਼ਦ ਦੇ ਕੰਮ, ਜ਼ਿੰਮੇਵਾਰੀਆਂ ਅਤੇ ਮੰਤਰੀ ਪਰਿਸ਼ਦ ਦੀ ਸਥਿਤੀ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।